ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬਹੁ ਰੰਗਾ ऐसे घर हम बहुत बसाए जब हम राम गर्भ हो आए रहा। जोगी जति तपी ब्रह्मचारी कबहूँ राजा छत्रपत कबहूँ पेखारी। साकत मरहें संत सब जीवें राम रसायन रसना पीवह। कहो कबीर प्रभ कृपा कीजै हार परे अब पूरा दीजै। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ, अकाल पुरख वाहिगुरु जी ने अपार किरपा बख्शिश की है। सतगुरु गुरु ग्रंथ साहब महाराज सच्चे पातशाह जी दे पावन दरबार दियाँ हाज़रियाँ भरदियां होया आप जी ने गुरु महाराज की पावन बाणी के पाठ अते कीर्तन राही सतगुरां दे पावन उपदेश नाल सांझ बनाउण दा यतन कीता है। रोज़ाना दे इन्हां दीवानां विच गुरु बख्शिश दे पात्र बन के आपां यतन कर रहे हाँ। भगत कबीर साहब महाराज की उचारण की हुई पावन बाणी उन्हां दे मुबारक शब्दां नूं गुरमत विचारां दे राही समझण दा जो महान उपदेश साडे जीवन दे भले वास्ते महान सतपुरखां ने बाणी दे रूप विच उचारण करके सानू बख्शिश कीता है। गुरबाणी इस जग मह चानण करम वसै मन आए। साडे हनेरे राहां नूं रोशनाउण वाली सतगुरां दी ये अमृतमई बाणी जो सतगुरां दे अनुभव दे विचों प्रकाशमान होई है। सतगुरु सच्चे पातशाह जी का भगत कबीर जी महाराज का उचारण किया होया पावन शब्द गुरु ग्रंथ साहब महाराज जी दे अंक नंबर 325 अते 26 उत्ते सुभायमान है। राग गौड़ी दे विच रहाऊ वाला जो बंद है जो कि शब्द का केंद्री भाव है। जदों असी सतगुरु की पावन बाणी नूं पढ़दे हाँ, हजूर ने सरीरक भटकना का जिक्र भी किया है ते सब तो औखियाई वाली जिहड़ी अवस्था महाराज ने बाणी च बयान की है वह है आत्मक मानसिक तौर के उत्ते भटक जाना। मानो जिवें कोई इंसान तुरदा फिरदा है, उस सारे नगर दे चक्कर कटदा है, हर गली विच जांदा है, हर चौराहे उत्ते जांदा है, हर दरवाजे उत्ते जांदा है, कदे किसे थां ते बैठदा है, कदे किसे थां ते भटकदा है, पर उसका अपना कोई टिकाणा नहीं जिथे आराम नाल ते मान सन्मान नाल वो निश्चिंत हो के बैठ सके। ऐसे मनुख नूं आपां शब्द वरतदे हाँ बेघरा बंदा है, इहदा अपना टिकाणा कोई नहीं। कदे किसे दी कंध नाल जा बैठदा है, कदे किसे दे दरवाजे ते, कदे किसे दीयां बरूहां ते,
ਕਦੇ ਨਗਰ ਸ਼ਹਿਰ ਦੇ ਇਸ ਕੋਨੇ ਵਿੱਚ ਹੁੰਦਾ ਹੈ, ਕਦੇ ਉਸ ਕੋਨੇ ਵਿੱਚ ਹੁੰਦਾ ਹੈ, ਰਾਹਾਂ ਵਿੱਚ ਤੁਰਿਆ ਫਿਰਦਾ ਹੈ। ਇਹਦਾ ਆਪਣਾ ਕੋਈ ਅਸਲ ਟਿਕਾਣਾ ਨਹੀਂ ਹੈ ਜਿੱਥੇ ਇਹ ਜਾ ਕੇ ਬੈਠ ਸਕੇ, ਨਿਸ਼ਚਿੰਤ ਹੋ ਕੇ ਟਿਕ ਸਕੇ। ਜਿੱਥੇ ਉਹ ਬੇਘਰਾ ਹੈ ਉੱਥੇ ਉਹ ਦੁਨੀਆ ਦੇ ਉਲਾਂਭੇ ਵੀ ਸਹਿੰਦਾ ਹੈ। ਜਿਸ ਦੀ ਕੰਧ ਨਾਲ ਬੈਠੇਗਾ ਉਹ 2-4 ਘੜੀਆਂ ਬਰਦਾਸ਼ਤ ਕਰਦਾ ਹੈ, ਫਿਰ ਉਸ ਦੇ ਮਨ ਅੰਦਰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਬੰਦੇ ਨੂੰ ਅਸੀਂ ਜਾਣਦੇ ਨਹੀਂ, ਖੌਰੇ ਕੌਣ ਹੈ, ਖੌਰੇ ਕਿੱਦਾਂ ਦਾ ਹੈ। ਉਹਨੂੰ ਕਹਿੰਦੇ ਨੇ ਤੂੰ ਇੱਥੇ ਕਿਉਂ ਬੈਠਾ ਹੈ ਸਾਡੀ ਕੰਧ ਨਾਲ, ਤੂੰ ਸਾਡੇ ਦਰਵਾਜ਼ੇ ਅੱਗੇ ਕਿਉਂ ਬੈਠਾ ਹੈ, ਤੂੰ ਸਾਡੀ ਜਾਇਦਾਦ ਪ੍ਰਾਪਰਟੀ ਜ਼ਮੀਨ ਵਿੱਚ ਕਿਉਂ ਬੈਠਾ ਹੈ। ਉਹਨੂੰ ਉਠਾ ਦਿੰਦੇ ਨੇ, ਉਹ ਅੱਗੇ ਤੁਰ ਪੈਂਦਾ। ਕੋਈ ਇਸ ਨੂੰ ਸਨਮਾਨ ਨਹੀਂ ਦਿੰਦਾ, ਕੋਈ ਉਸ ਨੂੰ ਆਪਣਾ ਨਹੀਂ ਸਮਝਦਾ, ਕੋਈ ਉਸ ਨੂੰ ਰਿਸਪੈਕਟ ਨਹੀਂ ਦਿੰਦਾ, ਕੋਈ ਉਹਨੂੰ ਟਿਕਾਣਾ ਨਹੀਂ ਦਿੰਦਾ, ਕੋਈ ਉਹਨੂੰ ਠਾਰ ਨਹੀਂ ਦਿੰਦਾ, ਕਿਉਂਕਿ ਉਸ ਦੀ ਦਸ਼ਾ ਤੋਂ ਸਾਰੇ ਹੀ ਡਰਦੇ ਤੇ ਤ੍ਰਹਿੰਦੇ ਹਨ। ਹਰ ਇੱਕ ਨੂੰ ਆਪਣੇ ਕੋਲ ਹੋਈਆਂ ਚੀਜ਼ਾਂ ਦਾ ਖਤਰਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਮਨੁੱਖ ਦੀ ਮਨਸ਼ਾ ਖੌਰੇ ਕੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਨੂੰ ਮਾਨਸਿਕ ਔਰ ਆਤਮਿਕ ਤੌਰ ਦੇ ਉੱਤੇ ਭਟਕਦਿਆਂ ਹੋਇਆਂ ਨੂੰ ਵੀ ਬੇਘਰੇ ਹੀ ਲਿਖਿਆ ਕਿ ਅਸੀਂ ਉਸ ਬੇਘਰੇ ਇਨਸਾਨ ਵਾਂਗ ਹਾਂ ਜਿਹੜੇ ਹਰ ਜਗ੍ਹਾ ਦੇ ਉੱਤੇ ਭਟਕਦੇ ਹਾਂ, ਹਰ ਜਗ੍ਹਾ ਤੇ ਜਾਂਦੇ ਹਾਂ, ਹਰ ਜਗ੍ਹਾ ਤੇ ਠਾਰ ਆਸਰਾ ਲੱਭਦੇ ਹਾਂ, ਪਰ ਕਿਸੇ ਵੀ ਜਗ੍ਹਾ ਸਾਨੂੰ ਆਸਰਾ ਨਸੀਬ ਨਹੀਂ ਹੁੰਦਾ। ਸਤਿਗੁਰਾਂ ਨੇ ਇਹ ਬਾਤ ਕਿਸ ਕੰਟੈਕਸਟ ਜਾਂ ਕਿਸ ਸੰਦਰਭ ਵਿੱਚ ਕਹੀ ਹੈ, ਇਹਨੂੰ ਸਮਝਣਾ ਬਹੁਤ ਲਾਜ਼ਮੀ ਹੈ। ਮਹਾਰਾਜ ਨੇ ਗੱਲ ਸਾਡੀ ਮਾਨਸਿਕ ਭਟਕਣਾ ਬਾਰੇ ਕਹੀ ਹੈ। ਮਨ ਸਕੂਨ ਚਾਹੁੰਦਾ ਹੈ, ਮਨ ਟਿਕਾਓ ਚਾਹੁੰਦਾ ਹੈ, ਮਨ ਚਿੰਤਾ ਤੋਂ ਰਹਿਤ ਅਵਸਥਾ ਚਾਹੁੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਵੀ ਸੁੱਖ ਮਿਲੇ। ਅੰਦਰ ਸੁੱਖ ਨਹੀਂ ਹੈ, ਅੰਦਰ ਟਿਕਾ ਨਹੀਂ ਹੈ। ਪਰ ਸਾਡਾ ਆਪਣਾ ਕੋਈ ਐਸਾ ਟਿਕਾਣਾ ਨਹੀਂ, ਭਾਵ ਸਾਨੂੰ ਆਪਣੇ ਆਪ ਵਿੱਚੋਂ ਕੋਈ ਐਸਾ ਸੁੱਖ ਨਹੀਂ ਲੱਭ ਰਿਹਾ। ਇਸ ਕਰਕੇ ਆਪਾਂ ਥਾਂ ਪੁਰ ਥਾਂ ਭਟਕਦੇ ਹਾਂ, ਕਦੇ ਕਿਸੇ ਵਿਕਾਰ, ਕਦੇ ਕਿਸੇ ਬੁਰਾਈ ਵਿੱਚੋਂ, ਕਦੇ ਕਿਸੇ ਸੰਗਤ ਵਿੱਚੋਂ, ਕਦੇ ਕਿਸੇ ਮਨੁੱਖ ਕੋਲੋਂ, ਕਦੇ ਕਿਸੇ ਜਗ੍ਹਾ, ਕਦੇ ਕਿਸੇ ਜਗ੍ਹਾ। ਇੱਕ ਸਾਡੀ ਸਦਾ ਹੀ ਭਟਕਣਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਬੇਸਿਕਲੀ ਅਸੀਂ ਫਿਜ਼ੀਕਲੀ ਤਾਂ ਘਰਾਂ ਵਾਲੇ ਹਾਂ, ਪਰ ਮੈਂਟਲੀ ਅਸੀਂ ਹੋਮਲੈਸ ਹਾਂ, ਬੇਘਰੇ ਹਾਂ, ਕੋਈ ਟਿਕਾਣਾ ਨਹੀਂ ਹੈ ਸਾਡਾ। ਜੇ ਸਾਨੂੰ ਲੱਗੇ ਵੀ ਕਾਮ ਵਿੱਚੋਂ ਸੁੱਖ ਹੈ ਤੇ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਸਾਨੂੰ ਮਹਿਸੂਸ ਹੋਵੇ ਵੀ ਕ੍ਰੋਧ ਵਿੱਚੋਂ ਸੁੱਖ ਹੈ ਤੇ ਉਸ ਤਰ੍ਹਾਂ ਕਰਦੇ ਹਾਂ, ਜੇ ਸਾਨੂੰ ਲੱਗੇ ਵੀ ਹੰਕਾਰ ਕਰਨ ਨਾਲ ਸਾਡਾ ਕੋਈ ਜ਼ਿਆਦਾ ਵੱਡਪਣ ਬਣਦਾ ਹੈ ਤੇ ਅਸੀਂ ਉਸ ਤਰ੍ਹਾਂ ਦਾ ਵਿਹਾਰ ਕਰਨ ਲੱਗ ਜਾਂਦੇ ਹਾਂ, ਜਾਂ ਫਿਰ ਸਾਨੂੰ ਲੱਗੇ ਵੀ ਇਹ ਫਲਾਨਾ ਬੰਦਾ ਜਿਹੜਾ ਇਹ ਮੈਨੂੰ ਸੁਖੀ ਕਰ ਸਕਦਾ ਤੇ ਉਹਦੀ ਕਦਮੀ ਢਹਿ ਜਾਂਦੇ ਹਾਂ। ਜੇ ਕੋਈ ਸਾਨੂੰ ਇਹ ਦੱਸ ਦੇਵੇ ਵੀ ਫਲਾਨੀ ਜਗ੍ਹਾ ਤੇ ਜਾਓ ਤੇ ਅਸੀਂ ਲੰਮੀਆਂ ਯਾਤਰਾ ਕਰਕੇ ਉੱਥੇ ਵੀ ਚਲੇ ਜਾਂਦੇ। ਜੇ ਸਾਨੂੰ ਕੋਈ ਆਖੇ ਵੀ ਆਹ ਕੰਮ ਕਰੋ, ਆਹ ਗਿਣਤੀ ਦੇ ਕਰਮ ਜਾਂ ਕਰਮ ਕਾਂਡ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਜੁਗਤ ਦੱਸ ਦੇਵੇ ਤੇ ਅਸੀਂ ਉਹਨੂੰ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ। ਹੁਣ ਅਸੀਂ ਸਾਰਾ ਜੀਵਨ ਇਹੋ ਕੁਝ ਹੀ ਤੇ ਕਰਦੇ ਹਾਂ। ਕਾਹਦੀ ਭਾਲ ਵਿੱਚ? ਸੁੱਖ ਦੀ ਭਾਲ ਵਿੱਚ। ਇਹ ਕਰੋ ਤੇ ਸੁੱਖ ਮਿਲੇਗਾ, ਉਹਦੇ ਆਖੇ ਲੱਗੋ ਤੇ ਸੁੱਖ ਮਿਲੇਗਾ, ਉਸ ਫਲਾਨੀ ਜਗ੍ਹਾ ਤੇ ਜਾਓ ਤੇ ਸੁੱਖ ਮਿਲੇਗਾ, ਆਹ ਕਾਰਜ ਕਰੋ ਤੇ ਤੁਹਾਡੀ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ। ਇਸ ਤਰ੍ਹਾਂ ਦੀ ਕਸ਼ਮਕਸ਼ ਦੇ ਵਿੱਚ ਅਸੀਂ ਸਾਰਾ ਜੀਵਨ ਸਟਰਗਲ ਕਰਦੇ ਰਹਿੰਦੇ ਹਾਂ ਤੇ ਸਾਡੀ ਦਿਸ਼ਾ, ਸਾਡਾ ਏਮ ਇਹੀ ਹੁੰਦਾ ਹੈ ਵੀ ਸੁੱਖ ਮਿਲੇ, ਪਰ ਦਿਸ਼ਾ ਵਿਗੜੀ ਹੋਈ ਹੈ, ਸਫ਼ਰ ਗਲਤ ਪਾਸੇ ਹੈ। ਆਪ ਜੀ ਰੋਜ਼ ਮਹਾਰਾਜ ਦਾ ਇੱਕ ਬਚਨ ਪੜ੍ਹਦੇ ਹੋ ਜਦੋਂ ਸੋਹਿਲਾ ਸਾਹਿਬ ਬਾਣੀ ਦਾ ਆਪਾਂ ਪਾਠ ਕਰਦੇ ਹਾਂ। ਹਜ਼ੂਰ ਨੇ ਸਾਨੂੰ ਸਾਡੇ ਘਰ ਦੀ ਦੱਸ ਪਾਈ ਕਿ ਲੋਕਾਂ ਦੀਆਂ ਕੰਧਾਂ ਨਾਲ, ਲੋਕਾਂ ਦੇ ਦਰਵਾਜ਼ਿਆਂ ਦੇ ਉੱਤੇ ਬਹਿਣ ਵਾਲਿਆ, ਇੱਕ ਜਗ੍ਹਾ ਤੋਂ ਉੱਠਦਾ ਹੈ, ਦੂਜੀ ਜਗ੍ਹਾ ਜਾ ਬੈਠਦਾ ਹੈ। ਕਾਮ ਦੀ ਪ੍ਰਵਿਰਤੀ ਤੋਂ ਥੋੜ੍ਹਾ ਜਿਹਾ ਛੁਟਕਾਰਾ ਮਿਲਦਾ ਹੈ ਤੇ ਕ੍ਰੋਧ ਹਾਵੀ ਹੋ ਜਾਂਦਾ ਹੈ। ਕ੍ਰੋਧ ਤੋਂ ਥੋੜ੍ਹਾ ਜਿਹਾ ਸਮਾਂ ਤੇਰਾ ਖਹਿੜਾ ਛੁੱਟਦਾ ਹੈ ਤੇ ਹੰਕਾਰ ਵਿੱਚ ਮੁਬਤਲਾ ਹੋ ਜਾਂਦਾ ਹੈ। ਕਦੇ ਕਿਸੇ ਅੱਗੇ ਹੱਥ ਜੋੜਦਾ ਹੈ, ਕਦੇ ਕਿਸੇ ਦੇ ਪੈਰੀਂ ਪੈਂਦਾ ਹੈ, ਕਦੇ ਕਿਸੇ ਥਾਂ ਤੇ ਜਾਂਦਾ ਹੈ, ਯਾਨੀ ਕਿ ਸਾਰਾ ਧਿਆਨ ਤੇਰਾ ਬਾਹਰ ਵੱਲ ਨੂੰ ਕੇਂਦਰਿਤ ਹੈ। ਹੁਣ ਐਸੇ ਬੇਘਰੇ ਬੰਦੇ ਨੂੰ ਜਿਹਦੇ ਕੋਲ ਪ੍ਰਾਪਰਟੀ ਨਹੀਂ, ਇੱਕ ਗਾਜ ਵੀ ਥਾਂ ਨਹੀਂ, ਉਹਨੂੰ ਕੋਈ ਆ ਕੇ ਆਖੇ ਵੀ ਤੈਨੂੰ ਪਤਾ ਹੈ
तेरे कोल तो बड़ा वड्डा महल, तू बड़ी जायदाद का मालक है, तेरे बजुर्गों की दौलत तैनू पता ही नहीं, ਉਹਦੇ वास्ते इदों खुशी का सबब होर की हो सकता। हजूर ने सानू साडे घर की दस पाई, निज घर महल पावो सुख सहजे, बहुर ना होए गो फेरा। फेरा का मतलब है भटकना, बार बार आना मुड़ जाना, आना मुड़ जाना। हजूर कहते ने निज घर, निज का मतलब की है? सैल्फ। घर का मतलब है टिकाणा, महल का मतलब है टिकाऊ। अपने निज अस्थान ते टिकाऊ बना लै। बाणी का आपां वाक पढ़ते ना, थेर घर बैसो हर जन प्यारे, सतगुर तुमरे काज सवारे। इस टिकाऊ का अर्थ की है? निज तां असीं, साडा खुद का वजूद हो गया, अपने वजूद विच टिक जाना, अपने आप विच टिक जाना। इनू आपां सौखा जे शब्द दे लई वर्ड यूज करिए तो वह है सैटिस्फैक्शन। जिहड़ी चीज़ तुसीं बाहरों लभदे हो, जिसनूं तुसीं बाहरों खोजण दा यतन करदे हो, और ये सोच के चलते हो कि सारी सैटिस्फैक्शन वध पदार्थां विच होएगी, महाराज कहंदे कोई जरूरी नहीं। भुखियां भुख ना उतरी, जे बन्ना पुरियां भार। तुसीं ढेरां दे ढेर भी इकट्ठे करते जाओ, तुहाडी सुरत होर अगेरे दौड़ती जाए। जो है उहदे च खुशी नहीं है, जो नहीं है उहदा गम, उहदे ना होण दा दुख सताउंदा रहिंदा भी ये क्यों नहीं है। एक ऐसी मानसिक भटकना है, ऐसी कन्फ्यूजन भरी अवस्था है, जिथे मनुख बेसमझी दे हनेरे विच टक्करां खांदा ते उहनूं समझ कोई नहीं पैंदी भी करां की। जो है उहदे चों खुशी कोई नहीं, जो नहीं है उहदा दुख सताउंदा। इस दरम्यान मनुख फसिया होया। तो सतगुरु महाराज ने टिकाऊ किहनूं कहा? जो है टिकाऊ। जदों आपां बाणी च पढ़दे ना, सहज सहज टिकाऊ, उहदा भाव है भी जो है उहदे च खुश रह, जो है उहदा शुक्र कर, जो है उहदे च सबर रख, जो है उहदे च धीरज मान, जो नहीं है उहदी भटकना छड्ड दे। तू उहदे लई यतन कर सकदा है, मेहनत कर सकदा है, स्ट्रगल कर सकदा है, पर उहदे लई दुखी होना छड्ड। जो है ही नहीं उहदा दुख काहदा? जो है, जे तैनूं उहदी खुशी नहीं है तो जो नहीं है उहदा दुख तैनूं होएगा ही होएगा। तो एक साडा मानसिक लैवल है, पद्धर है, जिथे सारियां तकलीफां पईयां होईयां, जिथे सारे दुख पए होए। पर मनुख की जिहड़ी हालत है वह बहुता असीं फिजिकली सोचते हैं, शरीर के तल उत्ते। असीं हर चीज़ जिहड़ी है वो शरीर के तल उत्ते चाहुंदे हैं। सुख भी शरीर के तल उत्ते, सैटिस्फैक्शन भी शरीर के तल उत्ते। तो ऐसा कोई मनुख नहीं है जिन्हें पदार्थ विचों ही हर तरह की सैटिस्फैक्शन पा ली हो। मन नूं जे किनारे करके मनुख ने जीवन जीना है तो वह जीवन नहीं होएगा। तो सतगुरु महाराज ने इत्थे बाणी दे विच जदों निज घर महल पावो सुख सहजे, बौर ना होए गो फेरा, कि तेरा असल घर ते तेरा अपना वजूद ही है, उसनूं खोज। इस मन को कोई खोजो भाई, मन खोजत नाम नौ निध पाई। वह है अपने वजूद नूं तलाशन। जिन्ना असीं बाहरों दुनिया नूं तलाशदे हां, मनुख नूं तलाशदे हां, पदार्थ नूं तलाशदे हां, सतगुरु आखदे ने सुख पाउण लई अपने वजूद नूं तलाशना, जितों तैनूं सबर, संतोख, धीरज, टिकाऊ, ये जिहड़ियां चीज़ां ने इन्हां दा अभ्यास जिन्ना चिर तू नहीं करेगा अपने वजूद विच टिक के, अपने आप नूं उच्चिया नहीं चुकेगा, उन्ना चिर तू आनंदित अवस्था प्राप्त नहीं कर सकेगा, जिसनूं हजूर ने आनंद किया। आपां आनंद साहब की बाणी च शब्द बड़ी बार पढ़ते। तो इस मुबारक शब्द विच साडी एक आत्मक और मानसिक भटकना दा गुरुदेव ने इशारा किया है। शब्द की वर्डिंग ऐसी है कि इसनूं दो पासे रलगढ़ किया जा सकता है। एक तो जो भारत में थ्योरी है, जो धर्म ग्रंथों की भी है,
ਕਿ ਮਨੁੱਖ ਜਿਹੜਾ ਹੈ ਉਹ ਆਤਮਿਕ ਤੌਰ ਤੇ ਉਹਦੀ ਆਤਮਾ ਭਟਕਦੀ ਹੈ ਕਈ ਜੂਨਾਂ ਦੇ ਵਿੱਚ। ਗੁਰਬਾਣੀ ਨੇ ਇੱਕ ਇਸ਼ਾਰਾ ਸਭ ਤੋਂ ਵਡੱਪਣ ਵਾਲਾ ਇਹ ਵੀ ਕੀਤਾ ਹੈ ਵੀ ਮਨੁੱਖ ਮੈਂਟਲੀ ਬਹੁਤ ਥਾਵਾਂ ਦੇ ਉੱਤੇ ਡਿਸਟਰਬੈਂਸ ਹੰਡਾਉਂਦਾ ਹੈ ਤੇ ਉਹ ਭਟਕਦਾ ਹੈ। ਉਹਦਾ ਪਲ ਪਲ ਤਲ ਬਦਲਦਾ ਰਹਿੰਦਾ ਮਨ ਦਾ। ਜਿਵੇਂ ਬਾਣੀ ਦੇ ਵਿੱਚ ਇੱਕ ਵਾਕ ਹੈ, ਹਜ਼ੂਰ ਕਹਿੰਦੇ ਨੇ ਇੱਕ ਨਹੀਂ ਦੋ ਨਹੀਂ ਖੌਰੇ ਕਿੰਨੀਆਂ ਥਾਵਾਂ ਤੋਂ ਸਾਡਾ ਮਨ ਜਿਹੜਾ ਹੈ ਉਹ ਇੱਕ ਤੋਂ ਦੂਜੀ ਅਵਸਥਾ, ਦੂਜੀ ਤੋਂ ਤੀਜੀ ਬਿਰਤੀ, ਤੀਜੀ ਤੋਂ ਚੌਥੀ ਅਵਸਥਾ ਤੇ ਬਿਰਤੀ ਦੇ ਵਿੱਚ ਜਾਂਦਾ ਹੈ ਔਰ ਲਗਾਤਾਰ ਖੌਰੇ ਕਿੰਨੀਆਂ ਕੁ ਹੰਡਾਉਂਦਾ। ਉਹਨਾਂ ਇੱਕ ਸ਼ਬਦ ਵਰਤਿਆ, ਕਹਿੰਦੇ ਆਵਾ ਗਵਨ ਹੋਤ ਹੈ ਫੁਨ ਫੁਨ, ਮੁੜ ਮੁੜ ਕੇ। ਇਹ ਪ੍ਰਸੰਗ ਨਾ ਟੁੱਟੇ, ਇਹ ਸਿਲਸਿਲਾ ਟੁੱਟ ਨਹੀਂ ਰਿਹਾ, ਇਹ ਸਿਲਸਿਲਾ ਖਤਮ ਨਹੀਂ ਹੋ ਰਿਹਾ। ਜਿਹੜਾ ਕੰਟੀਨਿਊ ਭਟਕਣ ਵਾਲਾ ਸਿਲਸਿਲਾ ਹੈ ਇਹ ਇੱਕ ਪਲ ਵਾਸਤੇ ਵੀ ਸਟਾਪ ਨਹੀਂ ਹੁੰਦਾ, ਇੱਕ ਪਲ ਵਾਸਤੇ ਪਾਉਜ਼ ਨਹੀਂ ਹੁੰਦਾ, ਇੱਕ ਪਲ ਵਾਸਤੇ ਵੀ ਰੁਕਦਾ ਨਹੀਂ। ਤੋ ਇੱਥੇ ਜੋ ਸ਼ਬਦ ਰਹਾਉ ਦਾ ਬੰਦ ਹੈ, ਹਜ਼ੂਰ ਫਰਮਾਉਂਦੇ ਨੇ ਐਸੇ ਘਰ, ਘਰ ਦਾ ਮਤਲਬ ਹੈ ਟਿਕਾਣੇ, ਜਗ੍ਹਾ ਜਿੱਥੇ ਬੰਦਾ ਰੁਕਦਾ ਹੈ। ਹਮ ਬਹੁਤ ਬਸਾਏ, ਅਸੀਂ ਬਹੁਤ ਘਰ ਆਬਾਦ ਕੀਤੇ ਨੇ, ਭਾਵ ਐਸੀਆਂ ਬਹੁਤ ਅਵਸਥਾਵਾਂ ਚੱਲੀਆਂ ਨੇ, ਬਹੁਤ ਟਿਕਾਣੇ ਮਾਣੇ ਨੇ। ਜਦੋਂ ਅਸੀਂ ਰਾਮ ਹੀ ਮੇਰੇ ਪਰਮੇਸ਼ਰ ਗਰਭ ਹੋਇਆ ਹੈ, ਕਿਉਂਕਿ ਜਦੋਂ ਕਾਵ ਹੁੰਦਾ ਤੇ ਕਾਵ ਦੇ ਵਿੱਚ ਕੋਈ ਅੱਖਰ ਅੱਗੇ ਆ ਜਾਂਦਾ ਹੈ, ਕੋਈ ਪਿੱਛੇ ਆ ਜਾਂਦਾ ਹੈ, ਉਹਦੇ ਸਮੁੱਚੇ ਭਾਵ ਨੂੰ ਸਮਝਣਾ। ਜਦੋਂ ਅਸੀਂ ਅਰਥ ਕਰਾਂਗੇ ਤੇ ਆਖਾਂਗੇ ਹੇ ਰਾਮ ਹੇ ਮੇਰੇ ਰੱਬ। ਜਦੋਂ ਅਸੀਂ ਵੱਖ-ਵੱਖ ਗਰਭ ਵਿੱਚ, ਗਰਭ ਕਿਹਨੂੰ ਕਹਿੰਦੇ ਆ? ਜਿੱਥੇ ਮਾਤਾ ਦੇ ਉਦਰ ਵਿੱਚ, ਪੇਟ ਵਿੱਚ ਬੱਚੇ ਦੀ ਪੈਦਾਇਸ਼, ਜਿੱਥੇ ਉਹਦੀ ਘਾੜਤ ਘੜੀ ਜਾਂਦੀ। ਗਰਭ ਦਾ ਅਰਥ ਹੈ ਜਿੱਥੇ ਬੱਚੇ ਦੀ ਘਾੜਤ ਘੜੀ ਜਾਂਦੀ ਹੈ ਬੇਸਿਕ ਰੂਪ ਵਿੱਚ, ਜਿਸ ਤੋਂ ਬਾਅਦ ਜਨਮ ਦੀ ਅਵਸਥਾ ਹੁੰਦੀ ਹੈ। ਤੋ ਬੇਸਿਕ ਘਾੜਤ ਜਿਹੜੀ ਹੈ, ਜਦੋਂ ਉਸ ਮਨ ਨੇ ਭਟਕਣਾ ਤਾਂ ਉਹਦੀ ਬੇਸਿਕ ਘਾੜਤ ਕਿੱਥੇ ਘੜੀ ਜਾਣੀ ਹੈ? ਖਿਆਲ ਸ਼ਕਤੀ ਵਿੱਚ। ਖਿਆਲ ਸ਼ਕਤੀ ਉਹ ਗਰਭ ਹੈ ਜਿੱਥੇ ਸਭ ਤੋਂ ਪਹਿਲਾਂ ਸਾਡਾ ਵਜੂਦ ਬਣਨਾ ਹੈ। ਕ੍ਰੋਧ ਨੇ ਪਹਿਲਾਂ ਖਿਆਲ ਸ਼ਕਤੀ ਬਣ ਕੇ ਸਾਡੇ ਅੰਦਰ ਸਾਡੀ ਸੁਰਤ ਨੂੰ ਘੜਨਾ ਹੈ ਕਾਮ ਦੇ ਵਸ। ਪਹਿਲੋਂ ਖਿਆਲ ਸ਼ਕਤੀ ਨੇ ਸਾਡੇ ਅੰਦਰ ਕ੍ਰੋਧ ਦੇ ਰੂਪ ਵਿੱਚ ਸਾਡੀ ਉਸਾਰੀ ਕਰਨੀ ਹੈ, ਹੰਕਾਰ ਦੇ ਰੂਪ ਵਿੱਚ, ਲੋਭ ਦੇ ਰੂਪ ਵਿੱਚ, ਦਵੈਸ਼ ਦੇ ਰੂਪ ਵਿੱਚ, ਈਰਖਾ ਦੇ ਰੂਪ ਵਿੱਚ। ਫਿਰ ਉਸ ਤੋਂ ਬਾਅਦ ਰਿਐਕਸ਼ਨ ਹੋਣਾ ਹੈ, ਉਸ ਤੋਂ ਬਾਅਦ ਕਰਮ ਹੋਣਾ ਹੈ। ਯਾਨੀ ਕਿ ਬੇਸ ਕੀ ਹੈ? ਖਿਆਲ, ਵਿਚਾਰ, ਫੁਰਨਾ। ਫੁਰਨੇ ਵਿੱਚ ਸਭ ਤੋਂ ਪਹਿਲਾਂ ਅਸੀਂ ਪ੍ਰਪੇਅਰ ਹੁੰਦੇ ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਐਕਸ਼ਨ ਕਰਦੇ ਹਾਂ, ਬਾਹਰੀ ਤੌਰ ਦੇ ਉੱਤੇ ਕੰਮ ਕਰਦੇ ਹਾਂ। ਤੋ ਇਸ ਵਾਸਤੇ ਸਾਡੇ ਕਰਮ ਦਾ ਗਰਭ ਕੀ ਹੋਇਆ? ਸਾਡਾ ਫੁਰਨਾ, ਸਾਡੀ ਖਿਆਲ ਸ਼ਕਤੀ। ਤੋ ਤਤ ਭਾਵ ਹੈ ਅਸੀਂ ਐਸੇ ਘਰ, ਐਸੀਆਂ ਬਹੁਤ ਟਿਕਾਣੇ, ਐਸੀਆਂ ਬਹੁਤ ਥਾਵਾਂ ਆਬਾਦ ਕੀਤੀਆਂ ਨੇ, ਬੜੀਆਂ ਥਾਵਾਂ ਤੇ ਘੁੰਮੇ ਆ, ਬੜੀਆਂ ਅਵਸਥਾਵਾਂ ਲੰਘੀਆਂ ਨੇ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਜਦੋਂ ਅਸੀਂ ਵੱਖ-ਵੱਖ ਵਿਚਾਰਾਂ ਦੇ ਗਰਭ ਵਿੱਚ ਪਲੇ, ਜਿੱਥੇ ਟਿਕਾਓ ਕੋਈ ਨਹੀਂ, ਇੱਕ ਨੂੰ ਛੱਡਿਆ ਦੂਜੇ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ, ਵਾਸ਼ਨਾ। ਅਸੀਂ ਵਾਸ਼ਨਾਵਾਂ ਦੇ ਗਰਭਾਂ ਵਿੱਚ, ਵੱਖ-ਵੱਖ ਗਰਭ ਝੱਲੇ ਨੇ ਵਾਸ਼ਨਾਵਾਂ ਦੇ, ਜਿੱਥੋਂ ਸਾਡੇ ਕਰਮਾਂ ਦੀ ਪ੍ਰੋਡਕਸ਼ਨ ਹੁੰਦੀ ਰਹੀ, ਜਿੱਥੋਂ ਸਾਡੇ ਕਰਮਾਂ ਦੀ ਘਾੜਤ ਘੜੀ ਜਾਂਦੀ ਰਹੀ। ਤੋ ਆਰੰਭ ਵਿੱਚ ਫਰਮਾਉਂਦੇ ਨੇ ਭਗਤ ਜੀ ਮਹਾਰਾਜ, ਅਸਥਾਵਰ ਜੜ ਚੀਜ਼ਾਂ ਨੂੰ ਕਹਿੰਦੇ, ਜਿਵੇਂ ਪਹਾੜ, ਪੱਥਰ, ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਨਹੀਂ ਹੁੰਦੇ, ਸਫ਼ਰ ਨਹੀਂ ਕਰਦੇ, ਉਹਨਾਂ ਆਪਾਂ ਕਹਿੰਦੇ ਅਸਥਾਵਰ। ਜੰਗਮ ਦਾ ਮਤਲਬ ਹੈ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰ ਲਵੇ, ਮੂਵ ਹੋ ਜਾਏ, ਉਹਨੂੰ ਜੰਗਮ ਕਿਹਾ ਜਾਂਦਾ। ਅਸਥਾਵਰ ਦਾ ਮਤਲਬ ਹੈ ਜੜ, ਜਿਹੜਾ ਹਿਲਜੁਲ ਨਹੀਂ ਕਰਦਾ, ਜਿਹਦੇ ਵਿੱਚ ਜ਼ਰਾ ਜਿੰਨਾ ਵੀ ਮੂਵਮੈਂਟ ਨਹੀਂ ਹੈ। ਜੰਗਮ ਦਾ ਮਤਲਬ ਜਿਹੜਾ ਮੂਵਮੈਂਟ ਕਰਦਾ, ਇੱਕ ਜਗ੍ਹਾ ਟਿਕਦਾ ਨਹੀਂ। ਇਸੇ ਕਰਕੇ ਭਾਰਤ ਵਿੱਚ ਸਾਧੂਆਂ ਦਾ ਇੱਕ ਫਿਰਕਾ, ਉਹਨੂੰ ਜੰਗਮ ਕਿਹਾ ਜਾਂਦਾ। ਉਹਨਾਂ ਦੇ ਸਿਰ ਦੇ ਉੱਤੇ ਮੋਰ ਪੰਖ ਦੀ ਕਲਗੀ ਜੀ ਉਹਨਾਂ ਨੇ ਲਾ ਕੇ ਹੱਥ 'ਚ ਟੱਲੀਆਂ ਫੜੀਆਂ ਹੁੰਦੀਆਂ ਨੇ। ਉਹ ਜਗ੍ਹਾ ਜਗ੍ਹਾ, ਉਹ ਇੱਕ ਜਗ੍ਹਾ ਜਿਹੜੇ ਰੁਕਦੇ ਨਹੀਂ, ਜੰਗਮ। ਭਾਈ ਗੁਰਦਾਸ ਜੀ ਨੇ ਵੀ ਸ਼ਬਦ ਵਰਤਿਆ, ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ।
ਉਹ ਹਮੇਸ਼ਾ ਮੂਵਮੈਂਟ ਵਿੱਚ ਰਹਿੰਦੇ ਨੇ, ਇੱਕ ਜਗ੍ਹਾ ਨਹੀਂ ਟਿਕਣਾ। ਵੈਸੇ ਬਹੁਤ ਸਾਰੇ ਐਸੇ ਸਾਧੂਆਂ ਦੇ ਫਿਰਕੇ ਨੇ ਜਿਹੜੇ ਮੂਵਮੈਂਟ ਨੂੰ ਹੀ ਆਪਣੀ ਪ੍ਰੈਕਟਿਸ ਦਾ ਇੱਕ ਖਾਸ ਹਿੱਸਾ ਮੰਨਦੇ। ਉਹ ਕਹਿੰਦੇ ਰੁਕਣਾ ਨਹੀਂ, ਰੁਕੋਗੇ ਉਸ ਥਾਂ ਨੂੰ ਸਵਾਰਨ ਲੱਗ ਪਾਓਗੇ, ਉੱਥੇ ਰਹਿਣ ਦਾ ਪ੍ਰਬੰਧ ਕਰਨ ਲੱਗ ਪਾਓਗੇ, 4 ਲੋਕ ਤੁਹਾਡੇ ਨਾਲ ਜੁੜਨਗੇ। ਰੁਕੋਗੇ ਤੇ ਲੋੜਾਂ ਵਧਣਗੀਆਂ, ਮੋਹ ਪੈ ਜਾਏਗਾ। ਘਰ ਹੀ ਤੇ ਛੱਡਿਆ ਤੇ ਫੇਰ ਟਿਕਾਣਾ ਬਣਾ ਲਿਆ ਤੇ ਲਾਭ ਕੀ ਹੋਇਆ? ਇਸ ਕਰਕੇ ਮੂਵ ਹੁੰਦੇ ਰਹੋ, ਇੱਕ ਜਗ੍ਹਾ ਤੇ ਰਹਿਣ ਦੀ ਇੱਕ ਲਿਮਟ ਰੱਖੋ, ਲੋਕਾਂ ਨਾਲ ਜਾਣ ਪਛਾਣ ਬੰਦ ਕਰੋ, ਨਾ ਕਿਸੇ ਦੀ ਸੁਣੋ ਨਾ ਕਿਸੇ ਨੂੰ ਦੱਸੋ। ਕੌਣ ਕੀ ਹੈ ਇਹ ਜਾਣਨ ਦੀ ਕੋਈ ਲੋੜ ਨਹੀਂ, ਕਿਹੜੀ ਜਗ੍ਹਾ ਹੈ, ਕਿੱਥੇ ਰੁਕਣਾ ਹੈ, ਇਹ ਵੀ ਜਾਣਨ ਦੀ ਲੋੜ ਨਹੀਂ। ਮੋਸਟਲੀ ਐਸੇ ਲੋਕ ਇਕਾਂਤ ਥਾਵਾਂ ਤੇ ਰੁਕਦੇ ਸਨ, ਜੰਗਲਾਂ ਵਿੱਚ ਰੁਕਦੇ ਸਨ। ਬਹੁਤਾ ਕਿਤੇ ਰੁਕਣਾ ਪੈ ਜਾਏ ਪਿੰਡ ਨਗਰ ਦੇ ਬਾਹਰ-ਬਾਹਰ ਜਾਂ ਸ਼ਮਸ਼ਾਨ ਘਾਟ ਵਿੱਚ ਰੁਕ ਲੈਣਾ। ਇਸ ਕਰਕੇ ਬਹੁਤਾ ਕਿਸੇ ਲੋਕਾਂ ਨਾਲ ਮੇਲ ਜੋੜ, ਮੇਲ ਮਿਲਾਪ, ਸਾਂਝ, ਜਾਣ ਪਛਾਣ, ਕਿਸੇ ਜਗ੍ਹਾ ਨਾਲ ਮੋਹ ਮੁਹੱਬਤ ਰੱਖਣ ਦੀ ਉਹਨਾਂ ਨੂੰ ਮਨਾਹੀ ਹੁੰਦੀ ਸੀ। ਇਹ ਉਹਨਾਂ ਦੀ ਪ੍ਰੈਕਟਿਸ ਦਾ ਭਾਗ ਸੀ। ਖੈਰ ਇਹ ਉਹਨਾਂ ਦੇ ਖਿਆਲ ਨੇ। ਤੋ ਉਹਨਾਂ ਨੂੰ ਜੰਗਮ ਕਿਹਾ ਜਾਂਦਾ ਸੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਹਰ ਜਗ੍ਹਾ ਦੇ ਉੱਤੇ ਭਟਕਦੇ ਰਹਿਣ ਵਾਲੇ, ਤੁਰੇ ਫਿਰਨ ਵਾਲੇ, ਮੂਵਮੈਂਟ ਰੱਖਣ ਵਾਲੇ। ਕੀਟ ਦਾ ਅਰਥ ਹੁੰਦਾ ਕੀੜੇ ਜਿਹੜੇ ਜ਼ਮੀਨ ਦੇ ਉੱਤੇ ਰੀਂਗਦੇ ਨੇ। ਪਤੰਗਾਂ ਦਾ ਮਤਲਬ ਜਿਹੜੇ ਖੰਭਾਂ ਵਾਲੇ ਕੀੜੇ ਨੇ, ਜਿਹੜੇ ਉੱਡ ਸਕਦੇ ਨੇ, ਜਿਹੜੇ ਜ਼ਮੀਨ ਤੇ ਨਹੀਂ ਰੀਂਗਦੇ, ਜਿਹੜੇ ਉੱਡ ਸਕਦੇ ਨੇ। ਹੁਣ ਮਹਾਰਾਜ ਨੇ ਉਦਾਹਰਨ ਨਾਲ ਕਿਸੇ ਗੱਲ ਨੂੰ ਸਮਝਾਉਣਾ ਹੈ ਤੇ ਬਾਹਰ ਦੀ ਹੀ ਵਰਤਣਗੇ ਨਾ। ਹਜ਼ੂਰ ਕਹਿੰਦੇ ਨੇ ਕਦੇ ਤੇ ਇਹਦੇ ਅੰਦਰ ਜੜਤਾ ਹੁੰਦੀ ਹੈ, ਬਿਲਕੁਲ ਮੂਵਮੈਂਟ ਨਹੀਂ, ਤਬਦੀਲੀ ਕੋਈ ਨਹੀਂ। ਇੱਕੇ ਹੀ ਵਾਸ਼ਨਾ ਵਿੱਚ ਟਿਕਿਆ ਉਸ ਨੂੰ ਭੋਗੀ ਜਾਂਦਾ ਹੈ ਤੇ ਉਸ ਨੂੰ ਮਾਣੀ ਜਾਂਦਾ ਹੈ। ਤੇ ਕਦੇ ਇਸ ਵਿੱਚ ਇੰਨੀ ਮੂਵਮੈਂਟ ਹੁੰਦੀ ਹੈ ਵੀ ਇੱਕ ਜਗ੍ਹਾ ਨਹੀਂ ਟਿਕਦਾ। ਵਾਸ਼ਨਾਵਾਂ ਦਾ ਲਗਾਤਾਰ ਇੱਕ ਸਰਕਲ ਇਹਦੇ ਅੰਦਰ ਇੰਨੀ ਤੇਜ਼ੀ ਨਾਲ ਚੱਲਦਾ ਹੈ ਵੀ ਇਹਨੂੰ ਖੁਦ ਨੂੰ ਵੀ ਹੋਸ਼ ਨਹੀਂ ਰਹਿੰਦੀ। ਪਲ ਪਲ ਇਹਦਾ ਸੁਭਾਅ ਬਦਲਦਾ ਰਹਿੰਦਾ ਹੈ, ਵਿਹਾਰ ਬਦਲਦਾ ਰਹਿੰਦਾ, ਕਿਉਂਕਿ ਉਹ ਅੰਦਰ ਮੂਵਮੈਂਟ ਚੱਲ ਰਹੀ। ਤੁਸੀਂ ਕਈ ਬੰਦਿਆਂ ਨੂੰ ਵੇਖੋਗੇ ਇੱਥੇ 1 ਮਿੰਟ ਲਈ ਗੱਲ ਹੋਰ ਕਰਨਗੇ ਤੇ 10 ਫੁੱਟ ਤੇ ਚੱਲ ਜਾਣ। 10 ਫੁੱਟ ਵੀ ਕਈ ਵਾਰ ਦੂਰੀ ਉਹਨਾਂ ਲਈ ਬਹੁਤ ਜ਼ਿਆਦਾ ਹੁੰਦੀ ਹੈ। ਦੂਜੇ ਬੰਦੇ ਕੋਲ ਜਾ ਕੇ ਉਹਨਾਂ ਨੂੰ ਇਹ ਨਹੀਂ ਚੇਤਾ ਰਹਿੰਦਾ ਵੀ ਮੈਂ ਪਹਿਲੇ ਨੂੰ ਕੀ ਕਹਿ ਕੇ ਆਇਆ, ਉਹਦੇ ਕੋਲ ਬਿਲਕੁਲ ਉਲਟੀ ਗੱਲ ਕਰ। ਹੁਣ ਇਹਦਾ ਮਤਲਬ ਇਹ ਹੈ ਵੀ ਉਹਨਾਂ ਬੰਦਿਆਂ ਦਾ ਆਪਣੇ ਮਾਈਂਡ ਉੱਤੇ ਇੰਨਾ ਵੀ ਕੰਟਰੋਲ ਨਹੀਂ ਵੀ ਉਹ 10 ਫੁੱਟ ਦੀ ਦੂਰੀ ਦੇ ਵਿੱਚ ਹੀ ਆਪਣੇ ਆਪ ਨੂੰ ਸਟੇਬਲ ਰੱਖ ਸਕਣ। ਤੁਸੀਂ ਉਹ ਵੀ ਛੱਡ ਦਿਓ। ਉੱਥੇ ਤਾਂ ਇਹ ਨਾ ਵੀ ਪਰਸਨੈਲਿਟੀ ਬਦਲ ਗਈ ਤੇ ਗੱਲ ਬਦਲ ਲਈ। ਇੱਕ ਬੰਦੇ ਕੋਲ ਬੈਠਿਆਂ ਹੀ ਉਹ ਬੰਦੇ ਕਈ ਵਾਰ ਠੀਕ 5 ਮਿੰਟ ਵਿੱਚ ਆਪਣੀ ਸਟੇਟਮੈਂਟ ਬਦਲ ਲੈਣ। ਹੁਣੇ ਹੀ ਕਹਿਣਗੇ ਆਹ ਹੋਇਆ ਸੀ ਤੇ 5 ਮਿੰਟ ਬਾਅਦ ਕਹਿਣਗੇ ਨਹੀਂ ਨਹੀਂ ਆਹ ਹੋਇਆ ਸੀ। ਜੇ ਸੁਣਨ ਵਾਲਾ ਧਿਆਨ ਦੇਵੇ ਤੇ ਉਹਨੂੰ ਉਸੇ ਵੇਲੇ ਜੱਜਮੈਂਟ ਹੋ ਜਾਂਦੀ ਹੈ ਵੀ ਬੰਦਾ ਕਰ ਕੀ ਰਿਹਾ। ਇਹਨੂੰ ਇੰਨਾ ਵੀ ਚੇਤਾ ਨਹੀਂ ਰਹਿੰਦਾ ਵੀ ਹੁਣੇ ਮੈਂ ਕੀ ਕਿਹਾ ਤੇ ਹੁਣੇ ਮੈਂ ਕੀ ਕਹਿ ਰਿਹਾ। ਜਾਂ ਤਾਂ ਤੂੰ ਕਹਿ ਵੀ ਭਾਈ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਉਹ ਮੇਰੀ ਅਗਿਆਨਤਾ ਦੀ ਸੋਚ, ਜਾਂ ਮੈਂ ਉਹ ਵਿਚਾਰ ਬਦਲੇ, ਜਾਂ ਮੈਨੂੰ ਪਤਾ ਨਹੀਂ ਸੀ ਉਹਦਾ, ਪਰ ਹੁਣ ਮੈਨੂੰ ਚੇਤਾ ਆ ਗਿਆ। ਪਰ ਨਹੀਂ, ਉਹ ਕੋਈ ਇੱਕ ਗੱਲ ਐਸੀ ਕਰਦੇ ਹੋਣ ਤੇ ਸੰਭਵ ਹੈ ਨਾ, ਉਹਨਾਂ ਨੇ ਹਰ ਵਾਰ ਹੀ ਇਸ ਤਰ੍ਹਾਂ ਕਰਨਾ। ਹੁਣ ਉਹਨਾਂ ਦੀ ਨਾ ਪਹਿਲੀ ਗੱਲ ਤੇ ਯਕੀਨ ਰਹਿੰਦਾ, ਨਾ ਮਗਰਲੀ ਗੱਲ ਤੇ ਯਕੀਨ ਰਹਿੰਦਾ। ਉਹਨਾਂ ਦੀਆਂ ਘੰਟਿਆਂ ਬੱਧੀ ਵੀ ਤੁਸੀਂ ਵਿਚਾਰਾਂ ਗੱਲਾਂ ਸੁਣੋ ਤਾਂ ਉਹਨਾਂ ਦੇ ਖਿਆਲਾਂ ਵਿੱਚ ਤੁਹਾਨੂੰ ਜ਼ਰਾ ਜਿੰਨਾ ਵੀ ਟਿਕਾਊ ਨਹੀਂ ਮਿਲੇਗਾ। ਉਹ ਮੈਂਟਲੀ ਡਿਸਟਰਬ ਹੁੰਦੇ ਨੇ, ਕਿਉਂਕਿ ਮਾਨਸਿਕ ਰੋਗ ਵੀ ਨੇ ਨਾ। ਸਾਨੂੰ ਜਿਵੇਂ ਸਰੀਰ ਦੇ ਰੋਗ ਦਾ ਸਾਨੂੰ ਪਤਾ ਲੱਗ ਜਾਂਦਾ ਨਾ ਕਿਸੇ ਮਨੁੱਖ ਦੇ ਹਾਵ ਭਾਵ ਤੋਂ, ਮਾਨਸਿਕ ਰੋਗਾਂ ਦਾ ਵੀ ਸਾਨੂੰ ਪਤਾ ਲੱਗ ਜਾਂਦਾ। ਤੇ ਇਹਦਾ ਮਤਲਬ ਉਹ ਪਹਿਲੀ ਗੱਲ ਵੀ ਹਵਾ 'ਚ ਹੀ ਉਡਾ ਰਹੇ ਸਨ ਤੇ ਦੂਜੀ ਵੀ ਹਵਾ 'ਚ ਹੀ। ਉਹ ਕਰਦੇ ਹੀ ਇਸ ਤਰ੍ਹਾਂ। ਉਹਨਾਂ ਦੀ ਗੱਲ ਨੂੰ ਸੰਜੀਦਾ ਲੈ ਲੈਣਾ ਆਪਣੇ ਆਪ ਨੂੰ ਧੋਖੇ 'ਚ ਰੱਖਣ ਵਾਲੀ ਖੇਡ ਹੈ। ਜੇ ਤੁਸੀਂ ਉਹਨਾਂ ਦੀ ਗੱਲ ਨੂੰ ਸੀਰੀਅਸਲੀ ਲੈਣ ਲੱਗ ਪਾਓ ਨਾ, ਤਾਂ ਇਹ ਉਹਨਾਂ ਦੀ ਮੂਰਖਤਾ ਨਹੀਂ, ਸੀਰੀਅਸ ਲੈਣ ਵਾਲੇ ਦੀ ਮੂਰਖਤਾ ਹੈ ਵੀ ਤੂੰ ਉਹ ਤੇ ਬਿਲੀਵ ਕਿਉਂ ਕਰ ਰਿਹਾ, ਜਿਹਦੇ ਵਿਚਾਰਾਂ 'ਚ ਟਿਕਾਓ ਹੀ ਨਹੀਂ, ਜਿਹੜਾ ਸਟੇਬਲ ਹੀ ਨਹੀਂ ਅੰਦਰੋਂ। ਤੋ ਇਸ ਤਰ੍ਹਾਂ ਦਾ ਵੀ ਮਨੁੱਖ ਦੇ ਅੰਦਰ ਇਹ ਸਾਰੀਆਂ ਮਾਨਸਿਕ ਬਣਤਰਾਂ ਨੇ ਸਾਡੀਆਂ। ਤੋ ਜੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਤੇ ਭਟਕਦੇ ਰਹਿੰਦੇ ਹਾਂ। ਤੋ ਆਪ ਜੀ ਨੇ ਕਈ ਵਾਰ ਵੇਖਿਆ ਹੋਏਗਾ ਗਰੀਬ ਨਵਾਜ਼ ਮਹਾਰਾਜ ਦੀ ਬਾਣੀ ਵਿੱਚੋਂ ਵੀ ਸਾਨੂੰ ਇਸ ਗੱਲ ਦੇ ਇਸ਼ਾਰੇ ਪ੍ਰਾਪਤ ਹੁੰਦੇ ਨੇ। ਤੋ ਇੱਥੇ ਜਿਹੜਾ ਇਹ ਵਾਕ ਹੈ
ਇੱਕ ਤਾਂ ਹੈ ਵੀ ਇੱਕ ਜਗ੍ਹਾ ਦੇ ਉੱਤੇ ਜੜਤਾ ਹਾਸਲ ਕਰ ਲਈ, ਕਿਸੇ ਵਾਸ਼ਨਾ ਵਿੱਚ ਇੰਨਾ ਟਿਕਿਆ ਵੀ ਉਹ ਵਾਸ਼ਨਾ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ। ਕਈ ਵਾਰ ਇੱਕ ਵਾਸ਼ਨਾ ਤੋਂ ਬਾਅਦ ਦੂਜੀ, ਇੱਕ ਔਗਣ ਤੋਂ ਬਾਅਦ ਦੂਜਾ, ਮੂਵਮੈਂਟ ਇੰਨੀ ਤੇਜ਼ੀ ਨਾਲ ਹੁੰਦੀ ਹੈ ਕਿ ਸਤਿਗੁਰੂ ਕਹਿੰਦੇ ਨੇ ਉਹ ਇੱਕ ਜਗ੍ਹਾ ਟੇਕ ਹੀ ਨਹੀਂ ਪਾਉਂਦਾ। ਤੇ ਤੀਜਾ ਸ਼ਬਦ ਹੈ ਕੀਟ, ਚੌਥਾ ਸ਼ਬਦ ਹੈ ਪਤੰਗਾ, ਜ਼ਮੀਨ ਉਤੇ ਰਿੰਗਣਾ। ਕੀੜਾ ਜਿਹੜਾ ਹੈ ਉਹਦਾ ਇੱਕ ਖਾਸ ਏਰੀਆ ਹੁੰਦਾ ਹਮੇਸ਼ਾ। ਵੇਖੋ ਜੀਵ ਵਿਗਿਆਨ ਇਹ ਕਹਿੰਦਾ, ਜਿਵੇਂ ਉਦਾਹਰਨ ਵਜੋਂ ਗੰਦਗੀ ਦਾ ਕੀੜਾ ਜਿਹੜਾ ਹੈ ਨਾ, ਉਹ ਗੰਦਗੀ ਵਿੱਚੋਂ ਹੀ ਪੈਦਾ ਹੁੰਦਾ ਹੈ, ਉਹਦੇ ਵਿੱਚ ਹੀ ਜੀਂਦਾ ਹੈ ਤੇ ਉਹਦੇ ਵਿੱਚ ਹੀ ਖਪਦਾ ਹੈ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਹੇ। ਕੀਟਾਂ ਅੰਦਰ ਕੀਟ ਵੀ ਲਿਖਿਆ ਬਾਣੀ, ਕੀੜਿਆਂ ਵਿੱਚ ਮਾਮੂਲੀ ਜਿਹਾ ਰਿੰਗਣ ਵਾਲਾ ਕੀੜਾ, ਉਹਦਾ ਸੰਸਾਰ ਹੋ ਰਹੀ ਹੈ। ਉਹ ਦੂਜੀ ਜਗ੍ਹਾ ਤੇ ਜਾ ਕੇ ਜੀ ਨਹੀਂ ਪਾਏਗਾ, ਨਾ ਉੱਥੋਂ ਉਹਦੀ ਪੈਦਾਇਸ਼ ਹੋ ਸਕਦੀ ਹੈ, ਨਾ ਉੱਥੋਂ ਕਿਤੇ ਉਹ ਜਾ ਸਕਦਾ। ਤਾਂ ਇਹ ਵੀ ਹਜ਼ੂਰ ਨੇ ਮਨੋ ਅਵਸਥਾ ਦਾ ਸੂਚਕ ਸ਼ਬਦ ਵਰਤਿਆ ਵੀ ਅਸੀਂ ਇੱਕ ਖਾਸ ਮਨੋ ਸਥਿਤੀ ਵਿੱਚ ਹੀ ਵਿਚਰਦੇ ਹਾਂ, ਉਹ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਕਰਕੇ ਆਪਣੀ ਇੱਕ ਗੁਲਾਮੀ ਦੀ ਜ਼ਿੰਦਗੀ ਜਿਹੜੀ ਅਸੀਂ ਖੁਦ ਹੀ ਘੜ ਲੈਂਦੇ ਹਾਂ ਤੇ ਉਹਦੇ ਵਿੱਚ ਹੀ ਰੁੱਝੇ ਰਹਿੰਦੇ, ਸਾਨੂੰ ਬਾਹਰ ਦਾ ਇਲਮ ਹੀ ਨਹੀਂ ਹੁੰਦਾ। ਪਤੰਗਾ ਦਾ ਮਤਲਬ ਹੈ ਖੰਭਾਂ ਨਾਲ ਉੱਡਣ ਵਾਲਾ ਨਿੱਕਾ ਜਿਹਾ ਕੀੜਾ ਜਿਹੜਾ। ਹੁਣ ਉਹਦੀ ਉਡਾਨ ਜਿਹੜੀ ਹੈ ਉਹਦੇ ਕੱਦ ਮੁਤਾਬਕ, ਉਹਦੀ ਅਵਸਥਾ ਮੁਤਾਬਕ ਉਨੀ ਕੀ ਹੁੰਦੀ ਹੈ ਨਾ, ਪਰ ਉਹਨੂੰ ਲੱਗਦਾ ਮੈਂ ਬਹੁਤ ਉੱਚਾ ਉੱਡ ਰਿਹਾ। ਉਹ ਆਪਣੇ ਵਜੂਦ ਨੂੰ ਨਹੀਂ ਵੇਖਦਾ, ਮੇਰਾ ਵਜੂਦ ਕੀ ਹੈ। ਨਿੱਕੇ ਜਿਹੇ ਖੰਭ ਨੇ, ਮਾਮੂਲੀ ਜੀ ਉਡਾਨ ਹੈ, ਪਰ ਉਹਦੇ ਵਿੱਚ ਹੀ ਉਹ ਜੇ ਉਹ ਇਹ ਸੋਚਣ ਲੱਗ ਪਵੇ ਵੀ ਮੈਂ ਤਾਂ ਸਾਰਾ ਆਕਾਸ਼ ਗਾਹ ਲਿਆ, ਸਾਰੀ ਸਪੇਸ ਫਿਰ ਲਈ, ਤਾਂ ਇਹ ਤੋਂ ਵੱਡਾ ਭਰਮ ਹੋਰ ਕੀ ਹੋ ਸਕਦਾ ਹੈ। ਤਾਂ ਜੇ ਖਿਆਲ ਦੀ ਮਾੜੀ ਜੀ ਉਡਾਰੀ ਬੰਦੇ ਨੂੰ ਮਿਲ ਵੀ ਜਾਏ ਤੇ ਉਹ ਇਹਦੇ ਵਿੱਚ ਆਪਣੇ ਆਪ ਨੂੰ ਇਹ ਸਮਝੇ ਵੀ ਮੈਂ ਬਹੁਤ ਜਾਣ ਲਿਆ, ਮੇਰੇ ਜਿੰਨੀ ਉੱਚੀ ਉਡਾਨ ਤੇ ਕਿਸੇ ਦੀ ਹੋ ਹੀ ਨਹੀਂ ਸਕਦੀ। ਪਰ ਉਹਨੂੰ ਇਹ ਨਹੀਂ ਨਾ ਪਤਾ ਵੀ ਬਾਜ ਕਿੰਨਾ ਉੱਚਾ ਉੱਡਦਾ ਹੈ ਤੇ ਉਹਦੀ ਨਿਗਾਹ ਜ਼ਮੀਨ ਉੱਤੇ ਕਿੰਨੀ ਹੁੰਦੀ ਹੈ। ਹੋਰ ਕਿੰਨੇ ਉੱਚੀਆਂ ਉੱਚੀਆਂ ਉਡਾਰੀਆਂ ਮਾਰਨ ਵਾਲੇ ਜੀਵ ਵੀ ਇਸ ਧਰਤੀ ਉੱਤੇ ਮੌਜੂਦ ਨੇ। ਅਨਕ ਜਨਮ ਕੀਏ ਬਹੁਰੰਗਾ। ਜਨਮ ਦਾ ਮਤਲਬ ਹੁੰਦਾ ਹੈ ਜੂਨ। ਜਨਮ ਤੇ ਜੂਨ ਜਿਹੜੇ ਨੇ ਸਾਮਰਥੀ ਸ਼ਬਦ ਨੇ। ਬਹੁਤ ਸਾਰੀਆਂ ਐਸੀਆਂ ਅਸੀਂ ਮਾਨਸਿਕ ਜੂਨਾਂ ਵੀ ਹੰਡਾਉਂਦੇ ਹਾਂ ਤੇ ਉਹਨਾਂ ਵਿੱਚ ਰੰਗ ਦਾ ਮਤਲਬ ਹੁੰਦਾ ਹੈ ਉਹਨਾਂ ਵਿੱਚ ਉਸ ਅਵਸਥਾ ਮੁਤਾਬਕ ਚੋਜ ਕਰਦੇ। ਹੰਕਾਰੀ ਦਾ ਆਪਣਾ ਕੌਤਕ ਹੋਏਗਾ, ਕ੍ਰੋਧੀ ਦਾ ਆਪਣਾ ਵਿਹਾਰ ਹੋਏਗਾ, ਉਹ ਆਪਣਾ ਰੰਗ, ਟੇਸਟ, ਸਵਾਦ ਔਰ ਮਨੋਵਸਥਾ ਹੋਏਗੀ, ਕਾਮੀ ਦੀ ਆਪਣੀ ਹੋਏਗੀ। ਹਰ ਇੱਕ ਦਾ ਲਹਿਜ਼ਾ ਵੱਖਰਾ ਵੱਖਰਾ ਹੋਏ, ਉਹਨਾਂ ਦੇ ਵਿਹਾਰ ਵਿੱਚੋਂ ਉਹਨਾਂ ਦੇ ਵਿਕਾਰ ਦੀ ਦਸ਼ਾ ਝਲਕੇ। ਤੋ ਅੱਗੇ ਜਾ ਕੇ ਫਰਮਾਉਂਦੇ ਨੇ ਦੂਜੇ ਬੰਦ ਵਿੱਚ, ਹੁਣ ਤੁਸੀਂ ਵੇਖੋ, ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਦ ਕਬਹੂ ਭਿਖਾਰੀ। ਹੁਣ ਜੋਗੀ ਜਤੀ ਤਪੀ ਬ੍ਰਹਮਚਾਰੀ ਛਤਰਪਦ ਰਾਜਾ ਤੇ ਭਿਖਾਰੀ ਇੱਕ ਵੱਖਰੀਆਂ ਜੂਨਾਂ ਥੋੜੀ। ਭਿਖਾਰੀ ਬਣੇਗਾ ਤੇ ਬੰਦਾ ਹੀ ਬਣੇਗਾ, ਰਾਜਾ ਬਣੇਗਾ ਤੇ ਬੰਦਾ ਹੀ ਬਣੇਗਾ। ਬ੍ਰਹਮਚਾਰੀ ਤਪੀ ਜਪੀ ਇਹ ਸਾਰੇ ਸਾਡੇ ਮਨੁੱਖਾਂ ਵਿੱਚੋਂ ਹੀ ਬਣਦੇ ਨੇ। ਕੋਈ ਮਨੁੱਖ ਜਪੀ ਬਣ ਗਿਆ, ਕੋਈ ਤਪੀ ਬਣ ਗਿਆ, ਕੋਈ ਬ੍ਰਹਮਚਾਰੀ ਬਣ ਗਿਆ, ਕੋਈ ਰਾਜਾ ਬਣ ਗਿਆ, ਬਾਕੀ ਕੋਈ ਭਿਖਾਰੀ ਬਣ ਗਿਆ। ਹੁਣ ਤੁਸੀਂ ਭਿਖਾਰੀ ਨੂੰ ਕੋਈ ਅੱਡ ਜੂਨ ਥੋੜਾ ਆਖੋਗੇ। ਭਿਖਾਰੀ ਵੱਖਰੀ ਜੂਨ ਹੁੰਦੀ ਹੈ ਤੇ ਰਾਜਾ ਵੱਖਰੀ ਜੂਨ ਹੁੰਦੀ ਹੈ। ਜੂਨ ਵੱਖਰੀ ਨਹੀਂ ਹੈ, ਦੋਨਾਂ ਦਾ ਸਟੇਟਸ ਵੱਖਰਾ ਵੱਖਰਾ ਹੈ। ਜੂਨ ਤੇ ਕਿ ਉਹ ਵੀ ਮਨੁੱਖ ਹੈ, ਉਹ ਵੀ ਮਨੁੱਖ ਹੈ। ਜੋਗੀ ਦਾ, ਜਤੀ ਦਾ, ਤਪੀ ਦਾ, ਬ੍ਰਹਮਚਾਰੀ ਦਾ ਸਟੇਟਸ ਵੱਖਰਾ ਵੱਖਰਾ ਹੈ। ਤਰਜ਼ੇ ਜ਼ਿੰਦਗੀ ਜਿਹਨੂੰ ਅਸੀਂ ਕਹਿੰਦੇ ਵੇ ਆਫ ਲਾਈਫ ਸਟਾਈਲ ਵੱਖਰਾ ਵੱਖਰਾ ਹੈ ਤੇ ਸਾਰੇ ਬੰਦੇ ਮਨੁੱਖ। ਤੇ ਇਹ ਥੋੜ੍ਹਾ ਕਹੋਗੇ ਜੋਗੀ ਵੱਖਰੀ ਜੂਨ ਹੈ, ਤਪੀ ਵੱਖਰੀ ਜੂਨ ਹੈ, ਬ੍ਰਹਮਚਾਰੀ ਵੱਖਰੀ ਜੂਨ ਹੈ, ਭਿਖਾਰੀ ਵੱਖਰੀ ਜੂਨ ਹੈ, ਜਾਂ ਰਾਜਾ ਵੱਖਰੀ ਜੂਨ ਹੈ। ਤੋ ਕਿਸੇ ਸ਼ਬਦ ਦੀ ਜੇ ਪੰਕਤੀ ਨੂੰ ਤੁਸੀਂ ਉਖੇੜ ਕੇ ਸਾਈਡ ਤੇ ਲੈ ਜਾਓ ਤੇ ਸਾਰਾ ਪ੍ਰਕਰਨ ਸ਼ਬਦ ਦਾ ਬਦਲ ਜਾਂਦਾ। ਤੇ ਇਸ ਮੁਬਾਰਕ ਸ਼ਬਦ ਵਿੱਚ ਮਾਨਸਿਕ ਆਤਮਕ ਭਟਕਣਾ ਵੱਲ ਇਸ਼ਾਰਾ ਹੈ। ਇਸ ਕਰਕੇ ਇੱਥੇ ਤੁਸੀਂ ਇਸ ਪੰਕਤੀ ਨੂੰ ਗੌਰ ਫਰਮਾਓ। ਜੋਗੀ ਕੌਣ ਹੈ? ਜਿਹਦਾ ਇੱਕ ਖਾਸ ਲਿਬਾਸ, ਖਾਸ ਵਿਹਾਰ, ਕੰਨਾਂ 'ਚ ਮੁੰਦਰਾਂ, ਮੋਢੇ ਤੇ ਝੋਲੀ, ਹੱਥ 'ਚ ਡੰਡਾ, ਕਮੰਡਲ, ਜਿਸ ਦਾ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਦੱਸਿਆ। ਇੱਕ ਜਗ੍ਹਾ ਨਾ ਟਿਕਣ ਵਾਲਾ,
ਜੋਗੀ, ਜਤੀ ਜਾਤ ਧਾਰ ਲੈਣ ਵਾਲਾ। ਇੱਕ ਤਾਂ ਹੁੰਦਾ ਨਾ ਕਾਮੀ। ਹੁਣ ਤੁਸੀਂ ਵੇਖੋ, ਜੇ ਬਾਣੀ ਵਿੱਚੋਂ ਸਹਿਜ ਦੀ ਅਵਸਥਾ ਪੜ੍ਹਨੀ ਹੋਵੇ ਤਾਂ ਬੜਾ ਇੱਕ ਸੌਖਾ ਜਿਹਾ ਢੰਗ ਹੈ। ਹਜ਼ੂਰ ਨੇ ਜਤੀ ਨੂੰ ਵੀ ਟਾਰਗੇਟ ਕੀਤਾ। ਸੁਪਨੇ ਬੇਂਦ ਨ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰ। ਹਜ਼ੂਰ ਕਹਿੰਦੇ ਜਤੀ ਨੇ ਵੀ ਨਹੀਂ ਕੁਝ ਪਾਇਆ, ਵਾਹਿਗੁਰੂ ਦਾ ਚਿੰਤਨ ਨਹੀਂ ਪਾਇਆ ਜਤੀ ਨੇ ਵੀ, ਜਾਤ ਧਾਰ ਕੇ, ਤੇ ਕਾਮੀ ਨੇ ਵੀ ਨਹੀਂ ਪਾਇਆ। ਇਹਦਾ ਮਤਲਬ ਦੋਨਾਂ ਦਾ ਰਸਤਾ ਜਿਹੜਾ ਹੈ ਉਹ ਸਟੇਬਲ ਨਹੀਂ ਹੈ। ਕਾਮੀ ਕਾਮ ਵਿੱਚ ਗ੍ਰਸਤ ਅੰਨਾ ਹੈ, ਤੇ ਜਤੀ ਜਿਹੜਾ ਹੈ ਉਹ ਜ਼ਬਰਦਸਤੀ ਆਪਣੇ ਸਰੀਰ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਜਿਹੜਾ ਕਿ ਨਾਮੁਮਕਿਨ ਹੈ। ਤੋ ਸਟੇਬਲ ਤੇ ਦੋਵੇਂ ਹੀ ਨਹੀਂ। ਜਿਵੇਂ ਇੱਕ ਖਾਈ ਤੁਰਿਆ ਜਾ ਰਿਹਾ, ਖਾਈ ਜਾ ਰਿਹਾ ਤੇ ਸਰੀਰ ਖਰਾਬ ਕਰਦਾ, ਤੇ ਇੱਕ ਭੁੱਖਾ ਬੈਠਾ ਹੋਇਆ, ਉਹ ਖਾਂਦਾ ਹੀ ਕੁਝ ਨਹੀਂ, ਉਹਦੇ ਸਾਹਮਣੇ ਬਹੁਤ ਕੁਝ ਖਾਣ ਵਾਸਤੇ ਪਿਆ, ਉਹ ਲੋੜ ਮੁਤਾਬਕ ਵੀ ਨਹੀਂ ਖਾਂਦਾ। ਦੋਵਾਂ ਨੂੰ ਗੁਰਬਾਣੀ ਨੇ ਸਲਾਹਿਆ ਨਹੀਂ। ਆਖਿਆ ਨਾ ਤਾਂ ਖਾ ਕੇ ਰੋਗੀ ਹੋਣਾ ਚੰਗੀ ਗੱਲ ਹੈ, ਤੇ ਨਾ ਭੁੱਖੇ ਰਹਿ ਕੇ ਸਰੀਰ ਨੂੰ ਦੁੱਖ ਦੇਣਾ ਚੰਗੀ ਗੱਲ ਹੈ। ਤੋ ਵਿਚਲਾ ਰਸਤਾ ਹੈ, ਅੰਨ ਪਾਣੀ ਥੋੜਾ ਖਾਇਆ, ਜ਼ਰੂਰਤ ਮੁਤਾਬਕ ਸਾਦਾ, ਸਿਹਤ ਲਈ, ਜੀਣ ਲਈ ਛਕੋ। ਉਹ ਵਿਚਲਾ ਰਸਤਾ ਹੈ ਨਾ ਜਿਹੜਾ, ਉਹੀ ਮਨੁੱਖ ਨੂੰ ਤੰਦਰੁਸਤੀ ਬਖਸ਼ਦਾ ਹੈ। ਬਾਕੀ ਦੋਵੇਂ ਰਸਤੇ ਸਰੀਰ ਨੂੰ ਤਬਾਹ ਕਰਨ ਦੇ ਰਾਹ ਨੇ। ਭੁੱਖੇ ਬੈਠੇ ਰਹੋ, એનર્ਜੀ ਕਿੱਥੋਂ ਆਏਗੀ? ਤੇ ਜੇ ਛਕੀ ਹੀ ਤੁਰੇ ਜਾਓ ਤੇ ਸਰੀਰ ਕਰੇਗਾ ਕੀ? ਦੋਵੇਂ ਹੀ ਰੋਗ ਨੇ। ਵਿਚਕਾਰਲਾ ਰਾਹ ਜਿਹੜਾ ਹੈ ਉਹਨੂੰ ਬੈਲੈਂਸ, ਸਹਿਜ ਵਾਲਾ, ਉਹਨੂੰ ਟਿਕਾਊ ਵਾਲਾ ਜੀਵਨ ਕਿਹਾ। ਕਿ ਲੋੜ ਹੈ ਤੇ ਗ੍ਰਹਿਣ ਕਰੋ, ਨਹੀਂ ਲੋੜ ਤੇ ਬਾਕੀ ਛੱਡ ਦਿਓ। ਇਸ ਵਾਸਤੇ ਇਸੇ ਤਰ੍ਹਾਂ ਜਤੀ ਤੇ ਕਾਮੀ ਨੂੰ ਦੋਵਾਂ ਨੂੰ ਇੱਕ ਕਤਾਰ 'ਚ ਹੀ ਰੱਖਿਆ। ਵੀ ਪਖੰਡ ਕਰਦਾ ਹੈ ਵੀ ਮੈਂ ਵਾਸ਼ਨਾ ਨੂੰ ਕਾਬੂ ਕਰ ਲਿਆ। ਤੁਸੀਂ ਇੰਦਰੀ ਨੂੰ ਬੰਨ੍ਹ ਕੇ ਵਾਸ਼ਨਾ ਨੂੰ ਕਾਬੂ ਕਰ ਲਿਆ। ਵਾਸ਼ਨਾ ਤੇ ਸੁਰਤ ਵਿੱਚ ਹੈ, ਵਾਸ਼ਨਾ ਤੇ ਦਿਮਾਗ ਵਿੱਚ ਹੈ, ਬੁੱਧ ਵਿੱਚ ਹੈ। ਅੱਗੇ ਜਾ ਕੇ ਬਖਸ਼ਿਸ਼ ਕਰਦੇ ਨੇ, ਤਪੀ ਬ੍ਰਹਮਚਾਰੀ, ਤਪ ਸਾਧਨ, ਸਰੀਰ ਨੂੰ ਤਪਾਉਣ ਤੇ ਖਪਾ ਕੇ ਐਸੇ ਹੱਠ ਯੋਗ ਕਰਨ ਵਾਲਾ, ਸਰੀਰ ਦੇ ਇੰਦਰੀਆਂ ਨਾਲ ਧੱਕਾ ਜ਼ਬਰਦਸਤੀ ਕਰਨ ਵਾਲਾ ਬ੍ਰਹਮਚਾਰੀ, ਜਿਹੜਾ ਬ੍ਰਹਮਚਰਿਆ ਧਾਰਨ ਕਰਦਾ, ਸੰਜਮ ਰੱਖਦਾ, ਅਣਉਚਿਤ ਸੰਜਮ ਪਰਹੇਜ਼ ਵੀ ਰੱਖਦਾ, ਜਿਨ੍ਹਾਂ ਦੀ ਜ਼ਰੂਰਤ ਨਹੀਂ ਸਰੀਰ ਨੂੰ ਜਾਂ ਜੀਵਨ ਨੂੰ। ਕਬਹੂ ਰਾਜਾ ਛਤਰਪਤ, ਕਦੇ ਇਸ ਤਰ੍ਹਾਂ ਵਿਹਾਰ ਕਰਦਾ ਵੀ ਜਿਵੇਂ ਛਤਰਪਤੀ ਰਾਜਾ ਹੋਵੇ, ਜਿਹਨੂੰ ਬਾਣੀ ਨੇ ਕਹਿਣਾ ਐਂਡੋ ਟੇਢੋ ਜਾਤ, ਬੜਾ ਟੇਢਾ ਹੋ ਕੇ ਤੁਰਦਾ ਹੈ, ਕਿਉਂਕਿ ਖਿਆਲ ਆਉਂਦਾ ਹੈ ਮੇਰੇ ਕੋਲ ਤਾਂ ਇੰਨੀ ਪੂੰਜੀ ਹੈ, ਮੇਰੇ ਕੋਲ ਇੰਨੀ ਦੌਲਤ ਹੈ, ਮੇਰੇ ਕੋਲ ਇੰਨਾ ਬਿਜ਼ਨਸ ਹੈ, ਮੇਰੇ ਇੰਨੀ ਉੱਚੀ ਪਦਵੀ ਹੈ, ਸਮਾਜ ਵਿੱਚ ਇੰਨੇ ਲੋਕ ਮੇਰੇ ਨਾਲ ਨੇ। ਤਾਂ ਉਹ ਜਿਹੜਾ ਪਿਛੋਕੜ ਹੈ ਉਹ ਮਨ ਵਿੱਚ ਉਤੇਜਨਾ ਪੈਦਾ ਕਰਦਾ ਵੀ ਮੈਂ ਖਾਸ, ਰੇਰ, ਉੱਚਾ ਬੰਦਾ। ਤਾਂ ਉਹ ਫਿਰ ਦੂਜਿਆਂ ਤੇ ਇਵੇਂ ਦਾ ਪ੍ਰਭਾਵ ਬਣਾਉਂਦਾ ਹੈ ਕਿ ਜਿਵੇਂ ਮੈਂ ਬਹੁਤ ਛਤਰਪਤੀ ਰਾਜਾ, ਮੇਰੀ ਬਹੁਤ ਚੱਲਦੀ ਹੈ ਚਾਰ ਚੁਫੇਰੇ। ਕਬਹੂ ਭਿਖਾਰੀ, ਤੇ ਕਦੀ ਇੰਨੀ ਢਹਿੰਦੀ ਕਲਾ 'ਚ ਚਲਾ ਜਾਂਦਾ ਵੀ ਰੋਈ ਤੁਰਿਆ ਜਾਂਦਾ ਹੈ, ਆ ਵੀ ਨਹੀਂ ਹੈ, ਉਹ ਵੀ ਨਹੀਂ ਹੈ, ਆ ਵੀ ਨਹੀਂ ਹੁੰਦਾ, ਉਹ ਵੀ ਨਹੀਂ ਹੁੰਦਾ। ਤੁਸੀਂ ਬੰਦੇ ਦੇ ਵਿਹਾਰ ਨੂੰ ਵੇਖੋ, ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ। ਜਿਹੜਾ ਕੱਲ ਆਕੜ ਕੇ ਤੁਰ ਰਿਹਾ ਨਾ, $10 ਜੇਬ ਚੋਂ ਡਿੱਗ ਪੈਣਾ ਤੇ ਘਰ 'ਚ ਕੋਹਰਾਮ ਮਚਾ ਦਿੰਦਾ, ਲੁੱਟੇ ਗਏ, ਮਾਰੇ ਗਏ, ਤਬਾਹ ਹੋ ਗਏ, ਘਾਟਾ ਪੈ ਗਿਆ। ਕਿ ਹੁਣ ਤੇਰੀ ਰਾਜਾਸ਼ਾਹੀ ਕਿੱਧਰ ਗਈ? ਥੋੜਾ ਜੇਰਾ ਵੀ ਰੱਖ। ਕੱਲ ਤੂੰ ਕੁਝ ਹੋਰ ਸੀ, ਅੱਜ ਤੂੰ ਕੁਝ ਹੋਰ ਬਣ ਕੇ ਆਇਆ। ਥੋੜਾ ਸਟੇਬਲ ਰਹਿ। ਜੇ ਹੈ ਤੇ ਉਹਨੂੰ ਜਰ, ਜੇ ਜਾਂਦਾ ਹੈ ਤੇ ਉਹਨੂੰ ਵੀ ਜਰ। ਤੋ ਇਹ ਤਾਂ ਐਵੇਂ ਜਿਵੇਂ ਕੋਈ ਪਹਾੜੀ ਤੇ ਚੜੇ ਤੇ ਸਭ ਤੋਂ ਨੀਵੀਂ ਥਾਂ ਤੇ ਫਿਰ ਛਾਲ ਮਾਰ ਦੇ। ਇਸ ਵਾਸਤੇ ਫਰਮਾਉਂਦੇ ਨੇ ਸਾਕਤ ਮਰੈ। ਸਾਕਤ ਕੌਣ ਨੇ? ਪਰਮੇਸ਼ਰ ਤੋਂ ਟੁੱਟੇ ਹੋਏ, ਵਾਹਿਗੁਰੂ ਦੇ ਹੁਕਮ ਤੋਂ ਵਾਂਝੇ, ਵਾਹਿਗੁਰੂ ਦੀ ਯਾਦ ਤੋਂ ਖੁੰਝੇ ਹੋਏ ਮਰੈ। ਇਵੇਂ ਆਤਮਿਕ ਮੌਤੇ ਮਰੇ ਰਹਿੰਦੇ ਨੇ ਤੇ ਵੱਖ-ਵੱਖ ਮਾਨਸਿਕ ਅਵਸਥਾਵਾਂ ਵਿੱਚ ਭਟਕਦੇ ਰਹਿੰਦੇ, ਸਟੇਬਲ ਤੇ ਸਹਿਜ ਵਿੱਚ ਨਹੀਂ ਹਨ। ਸਾਕਤ ਮਰੈ ਸੰਤ ਸਭ ਜੀਵੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਰੇ ਹੀ ਜੀਂਦੇ ਨੇ, ਭਾਵ ਉਹ ਆਤਮਿਕ ਜੀਵਨ ਮਾਣਦੇ ਨੇ।
ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਉਹਨਾਂ ਦਾ ਆਤਮਿਕ ਜੀਵਨ ਸਦਾ ਹੀ ਬਰਕਰਾਰ ਰਹਿੰਦਾ, ਜਦੋਂ ਕਿ ਪਰਮੇਸ਼ਰ ਤੋਂ ਟੁੱਟਿਆਂ ਦਾ ਆਤਮਿਕ ਜੀਵਨ ਤਬਾਹ ਵਾ ਫਨਾ ਹੋ ਜਾਂਦਾ। ਆਖਾਂ ਜੀਵਾਂ ਵਿਸਰੈ ਮਰ ਜਾਉ। ਤੂੰ ਫਰਮਾਉਂਦੇ ਨੇ ਕਿਉਂ ਜੀਂਦੇ ਹਨ ਰੱਬ ਦੇ ਪਰਮੇਸ਼ਰ ਦੇ ਪਿਆਰੇ, ਰਾਮ ਰਸਾਇਣ ਰਸਨਾ ਪੀਵੈ। ਉਹ ਸਰਵ ਵਿਆਪਕ ਵਾਹਿਗੁਰੂ ਦੇ ਸਭ ਤੋਂ ਉੱਤਮ ਸਾਰੇ ਰਸਾਂ ਤੋਂ ਸ਼੍ਰੋਮਣੀ ਰਸ ਜੋ ਵਾਹਿਗੁਰੂ ਦਾ ਨਾਮ ਹੈ, ਉਹਦੀ ਇਬਾਦਤ ਹੈ, ਉਹਦੀ ਬੰਦਗੀ ਹੈ, ਉਸ ਰਸ ਨੂੰ ਪੀਂਦੇ ਹਨ, ਉਸ ਰਸ ਨੂੰ ਗ੍ਰਹਿਣ ਕਰਦੇ। ਉਹਨਾਂ ਦਾ ਵਿਖੇ ਰਸ, ਵਿਕਾਰ ਰਸ ਉਹਨਾਂ ਨੇ ਤਿਆਗ ਕੇ ਸਭ ਤੋਂ ਉੱਤਮ ਰਸ ਵਾਹਿਗੁਰੂ ਦੀ ਰਜ਼ਾ 'ਚ ਰਾਜ਼ੀ ਰਹਿਣਾ, ਉਹਦੇ ਹੁਕਮ ਨੂੰ ਮੰਨਣਾ, ਉਹਦੀ ਸੋਭਤ ਨੂੰ ਮੰਨਣਾ, ਉਹਦੀ ਹਜ਼ੂਰੀ ਨੂੰ ਮੰਨਣਾ, ਉਹਦੀ ਇਬਾਦਤ, ਉਹਦੇ ਗੁਣਾਂ ਨਾਲ ਇੱਕ ਸੁਰਤਾ ਹਾਸਲ ਕਰਨੀ, ਇਸ ਰਸ ਨੂੰ ਪੀਣਾ ਆਰੰਭ ਕਰ ਲਿਆ। ਕਹੋ ਕਬੀਰ ਪ੍ਰਭ ਕਿਰਪਾ ਕੀਜੈ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰਦਾ ਹਾਂ, ਹੇ ਪ੍ਰਭੂ ਕਿਰਪਾ ਕਰੋ, ਮਿਹਰ ਕਰੋ, ਬਖਸ਼ੋ। ਹਾਰ ਭਰੇ ਇਹਨਾਂ ਮਾਨਸਿਕ ਅਵਸਥਾਵਾਂ, ਉੱਚੇ ਨੀਵੇਂ ਵਿਹਾਰਾਂ ਵਿੱਚ, ਇਸ ਆਤਮਿਕ ਮਾਨਸਿਕ ਭੜਕਣਾ ਵਿੱਚ ਅਸੀਂ ਥੱਕ ਗਏ, ਹੰਭ ਗਏ। ਥਾਂ ਥਾਂ ਤੇ ਉੱਤੇ ਜਾ ਕੇ ਆਨੰਦ ਦੀ, ਸੁੱਖ ਦੀ, ਸਹਿਜ ਦੀ, ਸ਼ਾਂਤੀ ਦੀ ਤਲਬ ਕਰਦਿਆਂ ਹੋਇਆਂ, ਭੁੱਖ ਰੱਖ ਕੇ ਇਹਦੀ ਮੰਗ ਕਰਦਿਆਂ ਹੋਇਆਂ, ਦਰ ਦਰ ਦੇ ਉੱਤੇ ਭਟਕਦਿਆਂ ਹੰਭ ਚੁੱਕੇ ਹਾਂ। ਇੰਨੀਆਂ ਅਵਸਥਾਵਾਂ ਵਿੱਚੋਂ ਗੁਜ਼ਰੇ ਹਾਂ, ਇੰਨੇ ਵਿਹਾਰ ਬਦਲੇ ਨੇ ਹੁਣ ਤੱਕ, ਇੰਨੀ ਵਾਰ ਆਪਣੇ ਆਪ ਨੂੰ ਹਰ ਮੌਸਮ ਮੁਤਾਬਕ, ਹਰ ਸਿਚੁਏਸ਼ਨ ਮੁਤਾਬਕ ਬਦਲਿਆ ਵੀ ਹੁਣ ਥੱਕ ਜੇ ਗਏ। ਬੰਦੇ ਨੂੰ ਕੱਪੜੇ ਹੀ ਦਿਨ 'ਚ 4 ਵਾਰ ਬਦਲਣੇ ਪੈ ਜਾਣ ਨਾ, ਬੰਦਾ ਕਹਿੰਦਾ ਕਿਹੜੇ ਸਿਆਪੇ ਨੂੰ ਫੜੇ ਗਏ। 4 ਵਾਰ ਅੱਜ ਡਰੈਸ ਬਦਲ ਲਈ, 4 ਵਾਰ। ਬੰਦਾ ਕਿੰਨਾ ਕੋਈ ਚੀਜ਼ ਕਿੰਨੀ ਕੁ ਚੇਂਜ ਕੀਤੀ ਜਾ ਸਕਦੀ? ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਨਾ, ਵੀ ਬੰਦੇ ਦਾ ਟਾਈਮ ਹੀ ਇਸੇ ਕੰਮ 'ਚ ਲੰਘ ਜਾਏ। ਤੋ ਵਿਹਾਰ ਕਿੰਨੀ ਵਾਰ ਬਦਲਦਾ ਬੰਦਾ, ਉਹਨੂੰ ਕੋਈ ਇਲਮ ਨਹੀਂ ਹੁੰਦਾ। ਤੋ ਇਸ ਵਾਸਤੇ ਫਰਮਾਉਂਦੇ ਨੇ ਹਾਰ ਭਰੇ ਥੱਕ ਵੰਝੇ ਹਾਂ ਅਬ ਪੂਰਾ ਦੀਜੈ। ਮੁਕੰਮਲ ਪੂਰਨ ਜੀਵਨ ਬਖਸ਼ੋ, ਜਿੱਥੇ ਭਟਕਣਾ ਨਹੀਂ ਹੈ, ਜਿੱਥੇ ਉਤੇਜਨਾ ਨਹੀਂ ਹੈ, ਜਿੱਥੇ ਸਹਿਜ ਹੈ, ਜਿੱਥੇ ਟਿਕਾਓ ਹੈ, ਜਿੱਥੇ ਨਿੱਜ ਘਰ ਦਾ ਵਾਸਾ ਹੈ, ਜਿੱਥੇ ਅਸੀਂ ਸਦਾ ਹੀ ਤੇਰੀ ਹਜ਼ੂਰੀ ਨੂੰ ਮਾਣਦਿਆਂ ਹੋਇਆਂ ਸਹਿਜ ਸੁੱਖ ਦੀ ਪ੍ਰਾਪਤੀ ਕਰਦੇ ਹਾਂ। ਗਰੀਬ ਨਵਾਜ ਮਿਹਰ ਕਰਨ। ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।